ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੱਲਬਾਤ ਸ਼ੁਰੂ ਕਰਦੇ ਹਾਂ ਮਿੰਟੂ ਜੀ ਨਾਲ। ਸਵਾਗਤ ਹੈ ਇੱਕ ਵਾਰੀ ਫਿਰ ਤੋਂ ਮਿੰਟੂ ਜੀ। ਸ਼ੁਕਰੀਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਿਯੁਕਤੀ ਤੇ ਸਵਾਲ ਚੁੱਕੇ ਨੇ। SGPC ਦੇ ਪ੍ਰਧਾਨ ਨੇ ਵੀ ਨਿਯੁਕਤੀ ਤੇ ਸਵਾਲ ਚੁੱਕੇ ਨੇ। ਹੁਣ ਚੁੱਕੇ ਸਵਾਲ ਸਾਰੇ ਚੁੱਕ ਰਹੇ ਨੇ, ਤੁਹਾਡਾ ਕੀ ਕਹਿਣਾ? देखो एडवोकेट जनरल की नियुक्ति का ये मसला है, तो मुझे लगता कि इस मसले से भी कितने ना कितने सरकार जी है बड़ी कसौटी फसी हुई है। जिस तरीके दिल्ली इस वेले डेरे आ उत्थे मेरे ख्याल दे नाल विधायक भी कुछ गए हुए ने, सारे गए नहीं या कुछ को गए ने, इहदे बारे कोई पुख्ता जानकारी नहीं। दूसरी गल है कि AG साहब की नियुक्ति का नोटिफिकेशन हाले जारी नहीं होया, ये मेन गल है। ਇਹਦਾ ਮਤਲਬ ਇਹ ਹੈ ਕਿ ਹੋ ਸਕਦਾ ਕਿ ਪਿਛਲੇ ਜੀ ਸਿੱਧੂ ਸਾਹਿਬ ਨੇ ਜਿਹੜੇ ਉਹਨਾਂ ਦਾ ਅਸਤੀਫਾ ਵੀ ਹਾਲੇ ਨਹੀਂ ਪਿਆ ਹੋ, ਇਹ ਵੀ ਕੋਈ ਪਤਾ ਨਹੀਂ ਹੈ। ਕਿਉਂਕਿ ਦਾਵਾ ਇਹ ਕੀਤਾ ਜਾ ਰਿਹਾ ਹੈ ਜਾਂ ਸੂਚਨਾ ਕੁਛ ਇਸ ਤਰੀਕੇ ਦੀ ਹੈ ਕਿ ਸ਼ਾਇਦ CM ਸਾਹਿਬ ਕਹਿਣ ਲੱਗੇ ਕਿ ਬਹੁਤ ਗਲਤ ਮੈਸੇਜ ਆਏਗਾ, ਇਸੇ ਕਰਕੇ ਹਾਲੇ ਨੋਟੀਫਿਕੇਸ਼ਨ ਰੋਕ ਦਿੱਤਾ ਗਿਆ। ਦੇਖੋ ਇਹ ਸਾਰੀਆਂ ਆਫ ਦੀ ਰਿਕਾਰਡ ਗੱਲਾਂ ਨੇ, ਇਹ ਨੋਟੀਫਿਕੇਸ਼ਨ ਹਾਲੇ ਕਿਉਂਕਿ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਔਨ ਦਾ ਰਿਕਾਰਡ ਹੈ ਨਾ, ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਉਹ ਤਾਂ ਗਜ਼ਟ ਦੇ ਵਿੱਚ ਆ ਗਿਆ ਨਾ, ਪਰੰਤੂ ਹਾਲੇ ਤੱਕ ਨਿਯੁਕਤੀ ਨੂੰ ਨੋਟੀਫਾਈਡ ਨਾ ਕਰਨਾ ਇਹ ਸੰਕੇਤ ਹੈ ਇਸ ਗੱਲ ਦਾ ਕਿ ਇਸ ਨਿਯੁਕਤੀ ਤੇ ਅੰਦਰ ਖਾਤੇ ਭੁਚਾਲ ਬਵਾਲ ਸਵਾਲ ਕੁਛ ਵੀ ਕਹਿ ਲਓ ਇਹ ਉਹ ਚੱਲ ਰਿਹਾ ਹੈ ਸਾਰਾ। ਤਾਂ ਦਿੱਲੀ ਦੇ ਵਿੱਚ ਹੁਣ ਇਹ ਸਾਰਾ ਕੇਂਦਰ ਬਣਿਆ ਹੋਇਆ ਚਰਚਾ ਦਾ, ਉੱਥੇ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ। ਦੱਸਦੇ ਕਿ ਚੱਡਾ ਸਾਹਿਬ ਵੀ ਉੱਥੇ ਨੇ, ਮਾਨ ਸਾਹਿਬ ਵੀ ਉੱਥੇ ਨੇ, ਹੋਰ ਵੀ ਇਹਨਾਂ ਦੇ ਲੀਡਰ ਉੱਥੇ ਨੇ। ਲੱਗਦਾ ਇਹ ਹੋਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਅੱਜ ਚੀਫ ਮਿਨਿਸਟਰ ਨੇ ਨੂੰ ਸਾਡੇ ਇਲਾਕੇ ਨੂੰ ਆਉਣਾ ਹੈ ਜਿਹੜਾ ਪਾਣੀ ਦੀ ਮਾਰ ਹੇਠਿਆ, ਕਿਉਂਕਿ ਜਦੋਂ ਪੰਜਾਬ ਦਾ CM ਗਰਾਊਂਡ ਤੇ ਆਏਗਾ, ਹਲਕਿਆਂ 'ਚ ਆਏਗਾ, ਮਤਲਬ ਕਿ ਲੋਕਾਂ ਦੇ ਵਿੱਚ ਆਏਗਾ, ਤਾਂ ਫਿਰ ਜਿਹੜਾ ਸਵਾਲ ਇਸ ਵੇਲੇ ਸਭ ਤੋਂ ਵਧੇਰੇ ਆ, ਤਾਂ ਜਦੋਂ ਵੀ ਮਾੜਾ ਜਿਹਾ ਕਿਤੇ ਰੁਕਣਗੇ ਪ੍ਰੈਸ ਦੇ ਮੁਖਾਤਬ ਹੋਣਗੇ ਥੋੜਾ ਬਹੁਤਾ ਵੀ, ਤਾਂ ਇਹ ਸਵਾਲ ਉਹਨਾਂ ਨੂੰ ਪੁੱਛਿਆ ਹੀ ਜਾਏਗਾ। ਇਸ ਕਰਕੇ ਮੇਰੇ ਖਿਆਲ ਦੇ ਨਾਲ ਹੋ ਸਕਦਾ ਅੱਜ ਹੀ ਕੋਈ ਹੱਲ ਨਿਕਲ ਜਾਵੇ, ਪਰ ਕਾਫੀ ਕਹਿ ਲਓ ਕਿ ਇਸ ਵੇਲੇ ਸਥਿਤੀ ਜਿਹੜੀ ਹੈ ਇਹਨਾਂ ਵਾਸਤੇ ਗੁੰਝਲਦਾਰ ਬਣੀ ਹੋਈ ਹੈ ਕਿ ਕੀਤਾ ਤੇ ਕੀ ਕੀਤਾ ਜਾਵੇ। ਕਿਉਂਕਿ ਇਹ ਖੁਦ APS ਦਿਓਲ ਦੀ ਨਿਯੁਕਤੀ ਤੇ ਜਦੋਂ ਐਡਵੋਕੇਟ ਜਨਰਲ ਬਣੇ ਸਨ ਤਾਂ ਇਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕੀਤੀ ਸੀ, ਚੀਮਾ ਸਾਹਿਬ ਉਹਦੇ ਵਿੱਚ ਮੌਜੂਦ ਸਨ, ਸੰਦੋਆ ਸਾਹਿਬ ਮੌਜੂਦ ਸਨ, ਹੋਰ ਵੀ ਕੁਛ ਇਹਨਾਂ ਦੇ ਪਾਰਟੀ ਦੇ ਲੀਡਰ ਸਾਹਿਬਾਨ ਜਿਹੜੇ ਆ ਉਹ ਮੌਜੂਦ ਸੀਗੇ। ਤੇ ਜਦੋਂ ਇਹ ਸਵਾਲ ਚੁੱਕਦੇ ਰਹੇ ਨੇ ਕਿ ਦੇਖੋ ਜੀ ਕੋਈ ਬੰਦਾ ਜਿਹੜਾ ਸਰਕਾਰ ਦੇ ਵਿਰੁੱਧ ਕੇਸ ਲੜਦਾ ਰਿਹਾ ਹੋਵੇ ਤਾਂ ਉਹ ਸਰਕਾਰ ਚ ਆ ਕੇ ਉਹਨੂੰ ਨਿਆਂ ਕਿੱਦਾਂ ਦੇਊਗਾ। ਇਸ ਕਰਕੇ ਇਹਨਾਂ ਦੀ ਪਾਰਟੀ ਵਾਸਤੇ ਜਾਂ ਪਾਰਟੀ ਦੀ ਲੀਡਰਸ਼ਿਪ ਵਾਸਤੇ ਇਹ ਬੜਾ ਗੁੰਝਲਦਾਰ ਮਸਲਾ ਬਣਿਆ ਪਿਆ। ਹੁਣ ਦੋਵੇਂ ਪਾਸੇ ਗੁੰਝਲਦਾਰ ਆ, ਕੰਮ ਗੁੰਝਲ ਹੈ। ਇਸ ਕਰਕੇ ਕਿਉਂਕਿ ਇੱਕ ਤੇ ਇਹ ਆ ਕਿ ਜੇ ਯੂ ਟਰਨ ਵੱਜਦਾ, ਮੰਨ ਲਓ ਨਿਯੁਕਤੀ ਰੱਦ ਵੀ ਹੋ ਜਾਂਦੀ ਹੈ, ਤਦ ਵੀ ਕੋਈ ਅੱਛਾ ਮੈਸੇਜ ਨਹੀਂ ਹੈ। ਜੇ ਨਿਯੁਕਤੀ ਬਹਾਲ ਰੱਖਦੇ ਫਿਰ ਤੇ ਇਸ ਦੇ ਗੁੰਝਲ ਹੈ ਹੀ ਨਹੀਂ। ਸੱਪ ਦੇ ਮੂੰਹ 'ਚ ਕੂੜ ਕੇ ਲਈ ਵੌਇਸ ਆਫ ਸਿਟੀ 1320 ਮਾਮੂ ਜੀ ਆ ਦੇਖ ਲਓ, ਹੁਣ ਤੁਸੀਂ ਆ ਕੇ ਗੱਲ ਕਰਦੇ ਸੀ, ਆ ਦੇਖ ਲਓ ਹੁਣ ਆ ਗਿਆ ਨਾ ਕਿ ਜਿਹੜੀਆਂ ਗੱਲਾਂ ਨੂੰ ਭਗਵੰਤ ਮਾਨ ਐਂਡ ਪਾਰਟੀ ਤੁਹਾਡੀ ਆਪ ਆਦਮੀ ਪਾਰਟੀ ਸਵਾਲ ਚੁੱਕਦੀ ਰਹੀ ਹੈ ਉਹੀ ਸਵਾਲ ਹੁਣ ਵਿਰੋਧੀ ਚੁੱਕਣਗੇ। ਤੇ ਤੁਸੀਂ ਕਹੋਗੇ ਵਿਰੋਧੀਆਂ ਕੋਈ ਮੁੱਦਾ ਕੋਈ ਨਹੀਂ ਹੈ, ਮੁੱਦੇ ਹੀ ਜਿਹੜੇ ਨੇ ਉਠਾਏ ਜਾਣ ਵਾਲੇ ਤੁਹਾਡੀ ਪਾਰਟੀ ਜਿਹੜੀ ਹੈ 92 ਸੀਟਾਂ ਲੈ ਕੇ, ਤੋਂ ਹੁਣ ਮੁੱਦਿਆਂ ਨੂੰ ਹੀ ਮੁੱਦਾ ਬਣਾ ਕੇ ਉਹ ਪੇਸ਼ ਕਰਨਗੇ ਵੀ ਇੱਕ ਮੁੱਦਾ ਹੈ। ਜਿਹੜੀ ਮੈਂ ਗੱਲ ਕਹੀ ਸੀ ਆ ਗਏ ਨਾ ਮਿੰਟੂ ਜੀ ਉਹਨਾਂ ਨੇ 100% ਕਹਿ ਦਿੱਤੀ ਕਿ ਜਿਹੜਾ ਸਰਕਾਰ ਦੇ ਖਿਲਾਫ ਖੜਾ ਹੁੰਦਾ ਰਿਹਾ ਉਹ ਕਿਵੇਂ ਇਨਸਾਫ ਦਵਾ ਦੂਗਾ ਤੁਹਾਨੂੰ। ਸਵਾਲ ਤਾਂ ਇਹ ਸੀ, ਮੈਂ ਵੀ ਕੀਤਾ ਸੀ। ਬਹੁਤ ਵਧੀਆ ਪੁਆਇੰਟ ਹੋਇਆ ਮਿੰਟੂ ਜੀ ਨੇ। ਇੱਕ ਤੁਹਾਡੇ ਵੀਰ ਦਾ ਸਵਾਲ ਆਇਆ ਸੀਗਾ ਮਿੰਟੂ ਜੀ ਕਿ ਜਿਵੇਂ ਸ੍ਰੀਲੰਕਾ ਦੇ ਵਿੱਚ ਬਾਕੀ ਕੰਟਰੀਆਂ ਦੇ ਵਿੱਚ ਵੀ ਸਥਿਤੀ ਜਿਹੜੀ ਹੈ ਕਾਫੀ ਇਸ ਵਕਤ ਜਿਹੜੀ ਹੈ ਉਹ ਆਰਥਿਕ ਮੰਦੀ ਦੇ ਵਿੱਚ ਕਾਫੀ, ਜਿਵੇਂ ਸ੍ਰੀਲੰਕਾ ਦੇ ਤਾਂ ਆਪਾਂ ਦੇਖ ਹੀ ਰਹੇ ਹਾਂ। ਭਾਰਤ ਬਾਰੇ ਪੁੱਛਿਆ ਸੀ ਉਹਨਾਂ ਨੇ, ਕੀ ਲੱਗਦਾ ਤੁਹਾਨੂੰ ਆਰਥਿਕ ਮੰਦੀ ਤੋਂ ਬਚ ਜਾਏਗਾ ਇਸ ਵਕਤ ਜੋ ਸਥਿਤੀ ਹੈ ਦੁਨੀਆ ਭਰ ਦੇ ਵਿੱਚ? ਭਾਰਤ ਦੀ ਕੀ ਸਥਿਤੀ ਹੈ? ਦੇਖੋ ਗੱਲ ਕੀ ਹੈ ਕਿ ਸ੍ਰੀਲੰਕਾ ਹੀ ਨਹੀਂ ਪਾਕਿਸਤਾਨ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ। ਜੇ ਤੁਸੀਂ ਦੇਖੋਗੇ ਸਾਡੇ ਆਲੇ ਦੁਆਲੇ ਇੱਥੋਂ ਤੱਕ ਕਿ ਹੁਣ
ਬੰਗਲਾਦੇਸ਼ ਨੇ ਵੀ ਮੇਰੇ ਖਿਆਲ ਦੇ ਨਾਲ IMF ਤੱਕ ਪਹੁੰਚ ਕੀਤੀ ਹੈ। ਜੀ 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 ਹਾਂਜੀ। ਜਦੋਂ IMF ਤੋਂ ਰਿਲੀਫ ਲੈਣ ਵਾਸਤੇ ਕੋਈ ਪਹੁੰਚ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਵੀ ਬਹੁਤ ਜ਼ਿਆਦਾ ਐਕਸਪੋਰਟ ਜਿਹੜਾ ਹੈ ਉਹ ਡਾਲਰ ਦੇ ਨਾਲ ਹੀ ਆਏਗਾ ਨਾ, ਤਾਂ ਰਿਲੀਫ ਮੰਗਣ ਦਾ ਮਤਲਬ ਇਹੋ ਆ ਕਿ ਕਿਤੇ ਨਾ ਕਿਤੇ ਬੰਗਲਾਦੇਸ਼ ਵੀ ਇਸ ਕ੍ਰਾਈਸਿਸ ਦੇ ਮੁਹਾਮ ਤੇ ਖਲੋ ਗਿਆ ਜੀ ਜੀ। ਤਾਂ ਇਹ ਦੇਖੋ ਇੰਡੀਆ ਵਾਸਤੇ ਚਲੋ ਇੱਕ ਗੱਲ ਆ ਕਿ ਬਲੂਮਬਰਗ ਦੀ ਰਿਪੋਰਟ ਹੈਗੀ ਆ ਜਿਹੜੀ ਅੱਜ ਕੁਝ ਅਖਬਾਰਾਂ 'ਚ ਛਪੀ ਹੋਏਗੀ, ਮੈਂ ਤਾਂ ਦੇਖੀ ਨਹੀਂ। ਬਲੂਮਬਰਗ ਦੀ ਰਿਪੋਰਟ ਕੱਲ ਆਈ ਸੀਗੀ, ਮਤਲਬ ਕਿ ਜਿਹੜੇ ਡਿਜੀਟਲ ਪਲੇਟਫਾਰਮ ਨੇ ਉਹਨਾਂ ਤੇ ਮੌਜੂਦ ਹੋਏਗੀ, YouTube ਤੇ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ, ਜਾਂ ਕਿਤੇ ਹੋਰ ਤੁਹਾਨੂੰ ਮਿਲ ਜਾਏਗੀ। ਬਲੂਮਬਰਗ ਦੀ ਰਿਪੋਰਟ ਨੇ ਜਿਹੜਾ ਰਿਸਕ ਦੱਸਿਆ ਸੀਗਾ ਕਿ ਰਿਸੈਸ਼ਨ 'ਚ ਕਿਹੜੇ ਕਿਹੜੇ ਮੁਲਕ ਜਾ ਸਕਦੇ ਆ, ਤਾਂ ਇੰਡੀਆ ਨੂੰ 0% ਰਿਸਕ 'ਚ ਰੱਖਿਆ ਜੀ 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 ਜੀ। ਚਾਈਨਾ ਦੇ ਮੁਕਾਬਲੇ, ਮਤਲਬ ਕਿ ਸਿਫਰ ਲਾ ਲਓ ਤੇ ਚਾਈਨਾ ਨੂੰ ਸ਼ਾਇਦ 20% ਵਾਲੇ ਰਿਸਕ 'ਚ ਰੱਖਿਆ ਗਿਆ। ਕੁਛ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਸੂਚੀ ਬਣਾਈ ਕਿ ਇੰਡੀਆ ਜਿਹੜਾ ਹੈ ਉਹ ਆਰਥਿਕ ਮੰਦੀ ਤੋਂ ਬਚ ਜਾਏਗਾ। ਜਿਵੇਂ ਹੁਣ ਕਹਿ ਲਓ ਕਿ ਸ੍ਰੀਲੰਕਾ, ਨਿਊਜ਼ੀਲੈਂਡ, ਤਾਈਵਾਨ, ਆਸਟ੍ਰੇਲੀਆ, ਫਿਲੀਪੀਨਸ, ਇਹਨਾਂ ਦੇ ਇਦਾਂ ਹੀ ਆ, ਮਤਲਬ ਕਿ ਜਿੱਦਾਂ ਸ੍ਰੀਲੰਕਾ ਦਾ 13 ਕੰਟਰੀ ਨੇ ਜਿਹੜੇ, ਮਤਲਬ ਮੈਂ ਪੜ੍ਹਿਆ ਸੀ ਆਰਟੀਕਲ ਬੜਾ। ਹਾਂਜੀ 85% ਹੈ, ਫਿਰ ਨਿਊਜ਼ੀਲੈਂਡ 33%, ਤਾਈਵਾਨ, ਆਸਟ੍ਰੇਲੀਆ 20, ਇਸ ਤਰ੍ਹਾਂ ਮਤਲਬ ਕਿ ਹੈ। ਤਾਂ ਇਦਾਂ ਉਹ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਰਿਸਕ ਦੀਆਂ ਫਿਗਰਾਂ ਕਿ ਇਸ ਮੁਲਕ ਵਾਸਤੇ ਇੰਨਾ ਰਿਸਕ ਹੈ, ਇਸ ਮੁਲਕ ਵਾਸਤੇ ਇੰਨਾ ਰਿਸਕ ਹੈ, ਇੰਡੀਆ ਵਾਸਤੇ 0 ਇਸ ਕਰਕੇ ਆ ਕਿਉਂਕਿ ਇੰਡੀਆ ਬਹੁਤ ਵੱਡਾ ਮੁਲਕ ਆ। ਹਾਂ ਇਹ ਨਹੀਂ ਹੈ ਕਿ ਆ ਨਹੀਂ ਸਕਦਾ ਜਾਂ ਇਹਦਾ ਨੁਕਸਾਨ ਨਹੀਂ ਹੋਏਗਾ, ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਅਸੀਂ 90 ਦੇ ਦਹਾਕੇ 'ਚ ਵੇਖਿਆ ਰਿਸੈਸ਼ਨ, ਇੰਡੀਆ ਨੇ ਬਰਦਾਸ਼ਤ ਕੀਤਾ, ਉਹਨੂੰ ਚੱਲਿਆ, ਫੇਸ ਕੀਤਾ। ਪਰ ਕਿਉਂਕਿ ਹੁਣ ਸਾਡੀ ਇਕਨੋਮੀ ਕਾਫੀ ਮਜ਼ਬੂਤ ਹੋ ਗਈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਪਰ ਇਹ ਨੁਕਸਾਨ ਨਹੀਂ ਹੋਏਗਾ ਇਹਦਾ ਤੇ ਮੇਰੇ ਖਿਆਲ ਦੇ ਨਾਲ ਜੇ ਕੋਈ ਕਹੇ ਕਿ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੜਤਾ ਅਲਬੱਤਾ ਸੱਤੇ ਤੇ ਸੱਤਾ, तो इदा जे कोई कहे कि कोई फर्क नहीं पैदा अलबत्ता नहीं, मैं उस चीज नाल असहमत होवांगा, माफ करना, क्योंकि फर्क पैदा दुनिया की मंदी का हरेक मुल्क से फर्क पैदा। जिवें पिछले दिनी एक रिपोर्ट सीगी जिहदे च होया कि जिहड़े साडे फॉरेन दे इन्वेस्टर ने वो 1 अप्रैल 2021 तक मतलब कि उस डेट नूं कट ऑफ डेट मान लीए तो उदों तो लैके अज तक ला लो कि 22 तक ਇਹਨੂੰ 15 ਮਹੀਨਿਆਂ ਦੇ ਸਮੇਂ ਚ ਲੈ ਗਏ ਤੁਸੀਂ, ਤਾਂ ਇਸ ਦਰਮਿਆਨ ਉਹ 4.25 ਲੱਖ ਕਰੋੜ ਲੈ ਜਾਂਦੇ ਨੇ ਇੱਥੋਂ ਜੀ, ਵਾਪਸ ਲੈ ਜਾਂਦੇ, ਕੱਢ ਲੈ ਜਾਂਦੇ ਆ। ਤਾਂ ਉਹ ਨੁਕਸਾਨ ਹੈ, ਸਾਡੀ ਇਕਨੋਮੀ ਨੂੰ ਪ੍ਰਭਾਵ ਤਾਂ ਪੈ ਗਿਆ ਨਾ, ਕਿਉਂਕਿ ਡਾਲਰ ਮਜ਼ਬੂਤ ਹੋ ਗਿਆ। ਇਨਵੈਸਟਰਸ ਨੇ ਜਿਹੜੀ ਕਰੰਸੀ ਮਜ਼ਬੂਤ ਹੋ ਰਹੀ ਹੈ ਸੰਸਾਰ ਦੇ ਵਿੱਚ, ਉਹਨੇ ਉਸੇ ਹੀ ਕਰੰਸੀ 'ਚ ਜਾ ਕੇ ਇਨਵੈਸਟ ਕਰਨਾ ਜੀ ਜੀ। ਇਹ ਦਸਤੂਰ ਹੈ, ਇਕਨੋਮੀ ਦਾ ਦਸਤੂਰ ਹੈ। तो इस करके क्योंकि साडा एक्सपोर्ट का ਜਿਹੜਾ ਠੀਕ ਹੈ ਕਿ ਇੰਪੋਰਟ ਦੇ ਮੁਕਾਬਲੇ ਬਹੁਤ ਵੱਡਾ ਖੱਪਾ ਹੈ, 192 ਮੇਰੇ ਖਿਆਲ ਦੇ ਨਾਲ ਬਿਲੀਅਨ ਦਾ ਸੀਗਾ, ਬਿਲੀਅਨ ਡਾਲਰ ਦਾ ਪਿਛਲੇ ਸਾਲ ਦਾ। ਤਾਂ ਕਹਿਣ ਦਾ ਮਤਲਬ ਕਿ ਜਦੋਂ ਸਾਡਾ ਇੰਪੋਰਟ ਵਧੇਗਾ, ਐਕਸਪੋਰਟ ਇੰਪੋਰਟ ਦਾ, ਬੰਗਲਾਦੇਸ਼ ਦਾ ਵੀ ਸ਼ਾਇਦ ਮੈਂ ਐਕਸਪੋਰਟ ਕਹਿ ਦਿੱਤਾ, ਪਰ ਇੰਪੋਰਟ ਦਾ ਬਿੱਲ ਉਹਨਾਂ ਦਾ ਵੀ ਬਹੁਤ ਹੈ। ਤਾਂ ਇਸ ਤਰ੍ਹਾਂ ਉਹ ਨੁਕਸਾਨ ਤਾਂ ਹੈ ਨਾ, ਜਿਹੜਾ ਸਾਡਾ ਫੋਰਨ ਰਿਜ਼ਰਵ ਸੀਗਾ ਕਿਸੇ ਸਮੇਂ 640 ਬਿਲੀਅਨ ਡਾਲਰ ਦਾ, ਬੜਾ ਵੱਡਾ ਫੋਰਨ ਰਿਜ਼ਰਵ ਕੀ ਹੈ ਕਿ ਸਾਡੇ ਕੋਲ ਡਾਲਰ ਹੀ ਇੰਨਾ ਪਿਆ, ਉਹਨੂੰ ਫੋਰਨ ਰਿਜ਼ਰਵ ਕਹਿ ਦਿੰਦੇ ਆਪਾਂ, ਬਾਹਰਲੀ ਵਿਦੇਸ਼ੀ ਕਰੰਸੀ ਜਿੱਦਾਂ ਲਾ ਲਓ, ਕਿ ਸਾਡੇ ਕੋਲ ਇੰਨਾ ਪਿਆ ਕਿਸੇ ਵੇਲੇ ਤਾਂ ਇਹ ਲੱਗਦਾ ਸੀਗਾ ਕਿ ਬੜੀ ਈਜ਼ੀਲੀ ਅਸੀਂ ਹੋਰ ਵੀ ਕਰੰਸੀ ਨੂੰ ਜੋੜ ਕੇ ਇੱਕ ਬਹੁਤ ਮੰਗਲ ਅਮਾਊਂਟ ਤੇ ਪਹੁੰਚ ਜਾਵਾਂਗੇ। ਪਰ ਹੋਇਆ ਕੀ ਹੈ ਕਿ ਉਹ ਵੀ ਘਟਣੀ ਸਟਾਰਟ ਹੋ ਗਈ। ਜੇ ਕੋਈ ਮਤਲਬ ਕਿ ਅਰਥ ਸ਼ਾਸਤਰੀ ਕਹੇ ਕਿ ਇਹਦੇ ਨਾਲ ਫਰਕ ਨਹੀਂ ਪਏਗਾ ਇੰਡੀਆ ਨੂੰ, ਦੁੱਕੀ ਦਾ ਫਰਕ ਨਹੀਂ ਪਏਗਾ, ਨਹੀਂ ਉਹ ਗੱਲ ਨਹੀਂ ਹੈ। ਰਿਸੈਸ਼ਨ ਜਿਸ ਤਰ੍ਹਾਂ ਮਤਲਬ ਕਿ ਆ ਰਿਹਾ ਹੈ, ਮੰਦੀ ਆ ਰਹੀ ਹੈ, ਤੁਹਾਡੇ ਵੀ ਮਹਿੰਗਾਈ ਹੈ, ਸਾਡੇ ਵੀ ਮਹਿੰਗਾਈ ਦੇ ਮੁਕਾਬਲੇ ਹਾਲੇ ਫਰਕ ਹੈ ਸਾਡੇ, ਤਾਂ ਕਹਿਣ ਦਾ ਮਤਲਬ ਹੈ ਕਿ ਫਰਕ ਹੈ, ਪ੍ਰਭਾਵ ਜ਼ਰੂਰ ਪਵੇਗਾ। ਹਾਂ ਠੀਕ ਹੈ, ਕਿਉਂਕਿ ਸਾਡਾ ਇਨਫਾਰਮਲ ਸੈਕਟਰ ਬਹੁਤ ਵੱਡਾ ਸੈਕਟਰ ਆ, ਇੱਥੇ ਬਾਜ਼ਾਰ ਬਹੁਤ ਵੱਡਾ ਹੈ, ਡਿਮਾਂਡ ਬਹੁਤ ਵੱਡੀ ਰਹਿੰਦੀ ਆ, ਤਾਂ ਅਸੀਂ ਉਸ ਰਿਸਕ ਫੈਕਟਰ ਤੋਂ ਤੇ ਸ਼ਾਇਦ ਥੋੜਾ ਬਚ ਜਾਈਏ। ਪਰ ਦੁਨੀਆ ਕਿਉਂਕਿ ਗਲੋਬਲ ਪਿੰਡ ਆ, ਉਹਦੇ ਪ੍ਰਭਾਵ ਤੋਂ ਬਚ ਜਾਈਏ ਨਾ, ਉਹ ਨਾ ਪਵੇਗਾ। ਇਹ ਅਸੀਂ ਕਲਪਨਾ ਮੇਰੇ ਖਿਆਲ ਦੇ ਨਾਲ ਪੂਰੀ ਹੈ। ਬਿਲਕੁਲ ਜੀ, ਬਿਲਕੁਲ। ਕਾਰਪੋਰੇਟ ਜਗਤ ਜਿਹੜਾ ਹੈ ਨਾ, ਅੱਜ ਇਸ ਸਮੇਂ ਦੇ ਵਿੱਚ ਤੁਸੀਂ ਮਹਿੰਗਾਈ ਦੀ ਜਿਹੜੀ ਗੱਲ ਕੀਤੀ ਹੈ, ਉਹ ਮਨਮਰਜ਼ੀਆਂ ਕਰ ਰਿਹਾ, ਚਮਦੀਆਂ ਚਲਾ ਰਿਹਾ। ਤੁਹਾਡੇ ਸਰੋਂ ਦਾ ਤੇਲ ਬੜਾ ਮਹਿੰਗਾ ਹੋ ਗਿਆ, ਮਹਿੰਗਾਈ ਉੱਥੇ ਵੀ ਅੱਤ ਦੀ ਹੈ, ਜਾ ਕੇ ਆਏ ਰੀਸੈਂਟਲੀ ਪਤਾ ਲੱਗਾ ਕੀ ਭਾਅ ਬੀਤਦੀ ਉੱਥੇ। ਹਾਂਜੀ, ਸਾਡੇ ਇੱਥੇ
ਜਿਹੜਾ ਤੇਲ 5-6 ਡਾਲਰ ਦਾ ਆਉਂਦਾ ਸੀ ਕਨੋਲਾ ਆਇਲ ਜਿਹੜਾ ਹੈ ਉਹ ਇੰਨਾ ਅਸਮਾਨ ਨੂੰ ਛੂਹਣਾ ਸ਼ੁਰੂ ਹੋ ਗਿਆ ਕਿ ਰਿਸੈਸ਼ਨ ਦੇ ਵਿੱਚ ਪਤਾ ਨਹੀਂ ਕੀ ਉਹਨੂੰ ਅੱਗ ਲੱਗ ਗਈ, ਕਿੰਨਾ ਕੁ ਬੀ ਮਹਿੰਗਾ ਹੋ ਗਿਆ ਜਾਂ ਕਿੰਨਾ ਕੁ ਉੱਥੇ ਲੇਬਰ ਮਹਿੰਗੀ ਹੋ ਗਈ। ਉਹ ਉੱਥੇ ਦੀ ਉੱਥੇ ਆ ਤੇ ਉੱਥੇ 30-40 ਡਾਲਰ ਦੇ ਹਿਸਾਬ ਨਾਲ ਜਿਹੜੀ ਕੈਨੀ ਆਉਂਦੀ ਸੀ ਉਹ ਵੱਧ ਗਈ। ਇਹ ਕਾਰਪੋਰੇਟ ਜਗਤ ਦਾ ਕਮਾਲ ਹੈ। ਤੇ ਇੱਕ ਆਰਟੀਕਲ ਬਹੁਤ ਸੋਹਣਾ ਲਿਖਿਆ, ਬੜਾ ਤਿੱਖਾ ਹੈ, ਮੈਂ ਉਹਦਾ ਉਲੱਥਾ ਜੇ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਪੂਰਾ। ਇੰਗਲਿਸ਼ ਦੇ ਵਿੱਚ ਕੁਝ ਲਫ਼ਜ਼ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਾਂ ਵੱਧ ਘੱਟ ਨਹੀਂ ਬੋਲ ਸਕਦੇ। ਉਹ ਕਹਿੰਦਾ ਕਿ ਜਿਹੜੀ ਵੱਡੇ ਫੂਡ ਚੇਨ ਅਦਾਰੇ ਨੇ ਜਿਹੜੇ ਕਾਰਪੋਰੇਟ, ਉਹ ਇਸ ਵਕਤ ਚੰਮਦੀਆਂ ਚਲਾ ਰਹੇ ਨੇ, ਲੋਕਾਂ ਦੀ ਛਿੱਲ ਲਾ ਰਹੇ ਨੇ। ਉਹ ਇਸ ਆੜ ਹੇਠ ਲੋਕਾਂ ਨੂੰ ਮਤਲਬ ਕਹਿ ਲਓ ਕਿ ਲੁੱਟਣ ਤੇ ਲੱਗੇ ਹੋਏ ਨੇ, ਸਿੱਧੇ ਲਫ਼ਜ਼ਾਂ ਦੇ ਵਿੱਚ ਉਹਨੇ ਲਿਖਿਆ, ਬਹੁਤ ਸੋਹਣਾ ਲਿਖਿਆ। ਸੋ ਮਹਿੰਗਾਈ ਦੀ ਮੰਦੀ ਤੇ ਜਿਵੇਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਆਰਥਿਕ ਮੰਦੀ ਦੇ ਤੋਂ ਕੀ ਸਾਡਾ ਭਾਰਤ ਬਚ ਜਾਵੇਗਾ, ਮਤਲਬ ਜ਼ੀਰੋ ਤੇ ਰੱਖਿਆ ਹੋਇਆ ਚੰਗੀ ਗੱਲ ਹੈ। ਮੈਂ ਤਾਂ ਕਹਿੰਦਾ ਹੋਰ -0 ਤੇ ਵੀ ਹੋਵੇ, ਪਰ ਜਿਵੇਂ ਤੁਸੀਂ ਕਿਹਾ ਕਿ ਇਹ ਨਹੀਂ ਕਿ ਅਸਰ ਨਹੀਂ, ਅਸਰ ਸਾਰਿਆਂ ਤੇ ਹੀ ਪੈਂਦਾ ਜਦੋਂ ਗਰਮ ਹਵਾਵਾਂ ਚੱਲਦੀਆਂ ਨੇ। ਖੈਰ, ਆਪਾਂ ਅਗਲਾ ਕੁਐਸਚਨ ਰੰਗਲਾ ਪੰਜਾਬ ਦੇ ਵਿੱਚ ਅਨਮੋਲ ਗਗਨ ਮਾਨ, ਉਹਦੀ ਇੱਕ ਫਰਜੀ ਪੋਸਟ ਨੇ ਕੋਈ ਭੜਥੂ ਪਾਇਆ, ਕੀ ਹੈ ਪੋਸਟ, ਕੀ ਕਹਿਣਾ ਚਾਹੋਗੇ? ਦੇਖੋ, ਉਹ ਗੈਸਨ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ 'ਚ ਉਹਨਾਂ ਨੇ ਮੱਥਾ ਟੇਕਿਆ। ਉਸ ਤੋਂ ਬਾਅਦ ਪ੍ਰੋਟੈਸਟ ਹੋਇਆ ਉਹਨਾਂ ਦੇ ਖਿਲਾਫ ਉੱਥੇ। ਜਦੋਂ ਉਹਨਾਂ ਦਾ ਵਿਜ਼ਿਟ ਸੀਗਾ ਤਾਂ ਉਹ ਜਿਹੜਾ ਪ੍ਰੋਟੈਸਟ ਸੀਗਾ ਉਹਨੇ ਕਾਫੀ ਹੱਥਾਂ ਪੈਰਾਂ ਦੀ ਗਵਾ ਦਿੱਤੀ। ਤੇ ਗੱਲ ਕੀ ਸੀਗੀ ਕਿ ਇੱਕ ਸੱਜਣ ਨੇ, ਕੋਈ ਰਵਿੰਦਰ ਸਿੰਘ ਨਾਂ ਦੇ, ਉਹਨਾਂ ਨੇ ਇੱਕ ਜਿੱਦਾਂ ਪੋਸਟਰ ਜਿਹਾ ਬਣਿਆ ਹੁੰਦਾ, ਉਹ ਫੋਟੋਆਂ ਲਾ ਦਿੰਦੇ ਨੇ, ਉਹਦੇ ਉੱਤੇ ਮਤਲਬ ਕਿ ਇਸ ਤਰ੍ਹਾਂ ਲਿਖ ਦਿੱਤਾ ਕਿ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਾਈਮਨ ਕਮਿਸ਼ਨ ਦਾ ਸਵਾਗਤ ਕਰਨ ਵਾਲੇ ਬਾਬਾ ਸਾਹਿਬ ਅੰਬੇਦਕਰ ਤੇ ਛੋਟੂ ਰਾਮ ਦੇ ਖਿਲਾਫ ਵੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਏਗਾ, ਕਿਉਂਕਿ ਇਹਨਾਂ ਲੋਕਾਂ ਨੇ ਅੰਗਰੇਜ਼ਾਂ ਦੇ ਬਣਾਏ ਕਮਿਸ਼ਨ ਦਾ ਸਵਾਗਤ ਕੀਤਾ ਸੀ, ਜਦਕਿ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਾਂਗਰਸ ਤੇ ਮਹਾਤਮਾ ਗਾਂਧੀ ਜੀ ਨੇ ਵਿਰੋਧ ਕੀਤਾ। ਹਾਂ, ਪੋਸਟ ਹੈਗੀ, ਇਹਦੇ ਤੇ ਨਾਮ ਲਿਖ ਦਿੱਤਾ ਗਗਨ ਅਨਮੋਲ ਦਾ। ਵੈਸੇ ਗੱਲ ਇਹ ਆ ਕਿ ਇਹ ਇਤਿਹਾਸ ਦੇ ਮਾਮਲੇ ਆ, ਹੁਣ ਕਿਸੇ ਨੇ ਚੱਕ ਕੇ ਉਹ ਸਾਰੀਆਂ ਚੀਜ਼ਾਂ ਇੱਥੇ ਪੋਸਟ ਕਰਕੇ ਗਗਨ ਅਨਮੋਲ ਦੀ ਲਾ ਦਿੱਤੀ ਤੇ ਫੋਟੋ ਸਿਮਰਨਜੀਤ ਸਿੰਘ ਮਾਨ ਦੀ ਫੋਟੋ ਲਾ ਦਿੱਤੀ, ਪੋਸਟਰ ਬਣਾ ਦਿੱਤਾ, ਪੋਸਟ ਬਣ ਗਈ। ਤਾਂ ਕਿਸੇ ਨੇ ਚੱਕ ਕੇ ਤੇ ਪਾ ਦਿੱਤੀ ਤੇ ਨਾਲ ਸਵਾਲਾਂ ਦੀ ਝੜੀ ਲਾ ਦਿੱਤੀ। ਇਹ ਮਸਲਾ ਉੱਥੋਂ ਹੀ ਵੱਧ ਗਿਆ, ਕਿਉਂਕਿ ਅੱਜ ਕੱਲ ਦੇਖੋ ਗੱਲ ਕੀ ਹੈ ਕਿ ਨੈਟ ਸਾਰਿਆਂ ਦੇ ਕੋਲ ਆ, ਪਰ ਪਰਫੈਕਟ ਸੂਚਨਾ ਜਿਹੜੀ ਆ ਉਹ ਸੂਚਨਾ ਇਸ ਕਰਕੇ ਉਹ ਫਸ ਗਿਆ ਸੱਜਣ। ਹੁਣ ਉਹਦੇ ਤੇ ਇਹਨਾਂ ਨੇ ਪਾਤਾ ਮੁਕੱਦਮਾ ਪਾ ਦਿੱਤਾ, ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਆਮ ਤੌਰ ਤੇ ਜੇ ਦੇਖਣਾ ਹੋਵੇ ਤਾਂ ਬੜਾ ਈਜ਼ੀਲੀ ਜਾ ਕੇ ਵੈਰੀਫਾਈਡ ਕੀਤਾ ਜਾ ਸਕਦਾ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਨੀਲਾ ਠੀਫਾ ਮਿਲਿਆ ਹੁੰਦਾ। ਸਾਡੇ ਵਰਗਿਆਂ ਨੂੰ ਨੀਲਾ ਠੀਫਾ ਮਿਲਿਆ ਹੋਇਆ, ਸਾਡੇ ਪੇਜ ਜਿਹੜੇ ਵੈਰੀਫਾਈਡ ਨੇ, ਨੀਲਾ ਠੀਫਾ ਹੁੰਦਾ, ਵੈਰੀਫਾਈਡ ਪੇਜ ਹੁੰਦੇ ਆ, ਚਾਹੇ ਉਹ ਅਦਾਰਿਆਂ ਦੇ ਹੋਣ, ਚਾਹੇ ਇਸ ਤਰ੍ਹਾਂ ਦੇ ਸੈਲੀਬ੍ਰਿਟੀ ਜਾਂ ਮੰਤਰੀ ਹੋਣ। ਤੁਸੀਂ ਜਾ ਕੇ ਘੱਟੋ ਘੱਟ ਉਹਨਾਂ ਦੇ ਉਸ ਅਕਾਊਂਟ ਤੇ ਤਾਂ ਜਾ ਕੇ ਚੈੱਕ ਕਰ ਲਓ ਕਿ ਕੀ ਹੈ, ਕੀ ਵਾਕਿਆ, ਕਿਉਂਕਿ ਅਕਾਊਂਟ ਵਰਗਾ ਅਕਾਊਂਟ ਅੱਜ ਕੱਲ੍ਹ ਤੇ ਚੈਟ ਕ੍ਰੀਏਟ ਕਰ ਦਿੱਤੀ ਜਾਂਦੀ ਹੈ, ਫਰਜ਼ੀ ਚੈਟ ਬਣਾ ਕੇ, ਮਤਲਬ ਕਿ ਉਸ ਨੰਬਰ ਤੋਂ ਸੇਵ ਕਰਕੇ ਪਤਾ ਨਹੀਂ ਕਿੱਦਾਂ ਯੱਬ ਖੜਬਾ ਕਰਦੇ ਆ, ਤਾਂ ਮਤਲਬ ਕਿ ਉਹ ਤੁਹਾਡੀ ਚੈਟ ਬਣ ਜਾਂਦੀ ਹੈ, ਬਿਲਕੁਲ ਬਿਲਕੁਲ ਸਕਰੀਨ ਸ਼ਾਟ ਬਣ ਜਾਂਦੇ ਆ। ਤਾਂ ਸਾਰਾ ਕੁਝ ਜਿਹੜਾ ਚੱਲ ਰਿਹਾ ਕਿ ਬਈ ਕਿਉਂ ਤੁਹਾਨੂੰ ਅੱਗ ਲੱਗੀ ਹੁੰਦੀ ਹੈ ਕਿ ਦਵਾ ਦਵਾ ਅਸੀਂ ਪੋਸਟ ਕਰ ਦਈਏ, ਕਿਸੇ ਚੀਜ਼ ਨੂੰ ਵੈਰੀਫਾਈਡ ਤੇ ਕਰੋ ਨਾ। ਹੁਣ ਦੇਖੋ ਬੀਬਾ ਆਈ ਆ ਮੱਥਾ ਟੇਕਣ, ਮੰਤਰੀ ਬਣੀ ਆ, ਚਲੋ ਰਾਜਨੀਤੀ ਕਿਸੇ ਨੂੰ ਕੋਈ ਚੰਗੀ ਲੱਗੇ ਮੰਦੀ ਲੱਗੇ, ਕੋਈ ਆ ਕੇ ਨਤਮਸਤਕ ਹੁੰਦਾ, ਕੋਈ ਸੁਖਣਾ ਲਾਉਂਦਾ ਹੈ, ਕੋਈ ਆਪਣਾ ਆਸਥਾ ਦੇ ਮੁਤਾਬਕ ਉੱਥੇ ਕੋਈ ਰਸਮ ਰਿਵਾਜ ਕਰਦਾ ਹੈ ਧਾਰਮਿਕ ਤੌਰ ਤੇ ਉਹਦਾ ਤਾਂ ਸਾਰਾ ਖੱਲਲ ਪੈ ਗਿਆ ਨਾ ਵਿੱਚ। ਕੋਈ ਬੰਦਾ ਨੇਚਾ ਦੇ ਨਾਲ ਆਇਆ, ਉੱਥੇ ਕੋਈ ਖਰਾਬੀ ਹੋ ਗਈ ਹੈ, ਤਾਂ ਉਸ ਬੰਦੇ ਦੇ ਮਨ ਤੇ ਤਾਂ ਠੇਸ ਪਹੁੰਚੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਕਾਫੀ ਪੰਜਾਬੀਆਂ ਨੂੰ ਕੰਮ ਕਰਨ ਦੀ ਲੋੜ ਆ ਕਿ ਹਮੇਸ਼ਾ ਇੱਕ ਪੋਸਟ ਪਾ ਕੇ ਜੋ ਮਰਜ਼ੀ ਉੱਥੇ ਗਾਲ ਮੰਦਾ ਕਰ ਦਿਓ। ਸਾਡੇ ਵਰਗਿਆਂ ਨੂੰ, ਤੁਹਾਡੇ ਵਰਗਿਆਂ ਨੂੰ ਤਾਂ ਚੱਲ ਜਾਂਦਾ ਹੈ, ਵੀ ਜਦੋਂ ਤੁਸੀਂ ਇਹੋ ਜਿਹੇ ਬੰਦਿਆਂ ਦੇ ਖਿਲਾਫ ਏਦਾਂ ਕਰੋਗੇ ਤੇ ਫਿਰ ਤੁਸੀਂ ਆਪਣੀ ਧੌਣ ਆਪਣੇ ਆਪ ਹੀ ਸਿਕੰਜੇ ਚ ਪਾ ਲਓ। ਜੀ ਬਿਲਕੁਲ ਸਹੀ ਗੱਲ ਕਹੀ। ਭੁਗਤੀ ਜਾਂ 5 ਸਾਲ ਤਰੀਕਾ ਪੈਣਗੀਆਂ, ਹੋਣਾ ਕੀ ਆ, ਭਾਵੇਂ ਜੱਜ ਭਜਾ ਵੀ ਦੇਵੇ, 5 ਸਾਲ ਉੱਥੇ ਅੱਡੀਆਂ ਘੜੀਸਦਾ ਫਿਰੂਗਾ ਜੀ, ਉਧਰੋਂ ਗਰਮੀ ਉਧਰੋਂ ਸਰਦੀ, ਕੀ ਨਿਕਲਦਾ ਇਹਨਾਂ ਚੀਜ਼ਾਂ ਚੋਂ। ਤੇ ਵਕੀਲਾਂ ਦੀ ਜੇਬ ਵੱਖਰੀ ਭਰਨੀ। ਪੰਜਾਬ 'ਚ ਖੇਤੀਯੋਗ ਜਿਹੜੀ ਜ਼ਮੀਨ ਹੈ ਉਹਦੀ ਖਬਰ ਆ ਰਹੀ ਹੈ ਕਿ ਤੇਜ਼ੀ ਨਾਲ ਘਟ ਗਈ।
ਕੀ ਕਾਰਨ? ਕਾਰਨ ਬੜਾ ਸਪਸ਼ਟ ਹੁੰਦਾ ਹੈ ਕਿ ਕਿਸੇ ਵੀ ਖਿੱਤੇ ਦੇ ਵਿੱਚ ਜਾਂ ਕਿਸੇ ਵੀ ਮੁਲਕ ਦੇ ਵਿੱਚ ਜੇ ਜ਼ਮੀਨ ਘਟਦੀ ਹੈ ਉਹਦੇ ਦੋ ਕਾਰਨ ਹੁੰਦੇ। ਇੱਕ ਤਾਂ ਕੁਦਰਤੀ ਕਾਰਨ ਹੁੰਦਾ ਹੈ, ਮਤਲਬ ਕੁਦਰਤੀ ਬਹੁਤ ਹੱਦ ਤੱਕ ਜ਼ਮੀਨ ਦਾ ਉਪਜਾਊਪਣ ਮਰ ਜਾਂਦਾ ਹੈ, ਜਾਂ ਹੜ੍ਹਾਂ ਕਰਕੇ ਜ਼ਮੀਨ ਜਿਹੜੀ ਹੈ ਨੁਕਸਾਨੀ ਜਾਂਦੀ ਹੈ, ਕਿਤੇ ਭੂ-ਖੋਰ ਹੋ ਜਾਂਦਾ ਹੈ। ਉਹ ਮੈਂ ਮਤਲਬ ਕਿ ਛੋਟੇ ਹੁੰਦੇ ਨੇ ਕਿਤਾਬਾਂ 'ਚ ਪੜ੍ਹਿਆ ਭੂ-ਖੋਰ ਕੀ ਹੁੰਦਾ ਹੈ। ਇਸ ਤਰ੍ਹਾਂ ਇੱਕ ਇਹ ਹੁੰਦੀ ਹੈ। ਇੱਕ ਹੁੰਦੀ ਹੈ ਕਿ ਤੁਹਾਡੀ ਸ਼ਕੌਤ ਵੱਧਦੀ ਜਾਂਦੀ ਹੈ ਮੁਸਲਸਲ। ਮੈਂ ਮਤਲਬ ਕਿ ਇੱਕ ਵਾਰੀ ਗਿਆ, ਮੈਂ ਨਾਂ ਨਹੀਂ ਲਵਾਂਗਾ, ਉਹਨੂੰ ਇਜਾਜ਼ਤ ਨਹੀਂ ਦਿੰਦਾ ਮਰਿਆਦਾ, ਤੇ ਮੈਂ ਇੱਕ ਬਹੁਤ ਵੱਡੇ ਫਿਲਮ ਪ੍ਰੋਡਿਊਸਰ ਦੇ ਫਲੈਟ 'ਚ ਗਿਆ ਤੇ ਬੜੀ ਬਿਲਡਿੰਗ ਏਅਰਪੋਰਟ ਰੋਡ ਤੇ ਮੋਹਾਲੀ, ਤੇ ਉਹ ਮੈਨੂੰ ਲੈ ਗਏ ਲਿਫਟ ਦੇ ਵਿੱਚ, ਪਤਾ ਨਹੀਂ ਕਿੰਨੀ ਮੰਜ਼ਿਲ ਤਾਂ ਲੈ ਗਏ। ਤੇ ਉੱਥੇ ਜਦੋਂ ਚਾਹ ਪਾਣੀ ਬਣ ਰਿਹਾ ਸੀ ਤੇ ਮੈਂ ਗ੍ਰੀਨ ਟੀ ਪੀਣਾ, ਮੈਂ ਇਹਨਾਂ ਨੂੰ ਕਿਹਾ, ਮੈਂ ਗ੍ਰੀਨ ਟੀ ਮੈਂ ਆਪ ਬਣਾਉਂਗਾ, ਤੇ ਕਹਿੰਦੇ ਬਣਾ ਲਾ, ਕੋਈ ਚੱਕਰ ਨਹੀਂ। ਮੈਂ ਜਦੋਂ ਉਧਰ ਰਸੋਈ ਵਾਲੀ ਸਾਈਡ ਗਿਆ ਤੇ ਮੈਨੂੰ ਨਿਗਾਹ ਪਈ ਤੇ ਪੱਠੇ ਥੱਲੇ। ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ ਵੀ ਮਾਹੌਲ ਵਿਚਾਲੇ, ਮੈਂ ਕਿਹਾ ਯਾਰ ਸਾਈਡ ਤੇ ਪੱਠੇ ਬੀਜੇ ਹੋਏ ਨੇ ਕਿਸੇ ਦੇ। ਤੇ ਮੈਂ ਉਹਨੂੰ ਪੁੱਛਿਆ, ਜਿਹੜਾ ਮੁੰਡਾ ਉਹਨਾਂ ਦਾ ਮੈਨੇਜਰ ਸੀ, ਮੈਂ ਕਿਹਾ ਵੀ ਮੈਨੇਜਰ ਸਾਹਿਬ ਇੱਥੇ ਕੋਈ ਡੰਗਰ ਰੱਖੇ ਆ? ਜੀ ਵੱਡੀ ਹਾਈ ਫਾਈ ਸੋਸਾਇਟੀ ਹੈ ਤੁਹਾਡੀ, ਇੱਥੇ ਇੰਨੇ ਫਲੈਟ ਬਣੇ ਨੇ, ਸਾਡੇ ਅਰਗਨ ਤੋਂ ਪਤਾ ਨਹੀਂ ਲੱਗਦਾ ਚੜ੍ਹਨਾ ਕਿੱਧਰੋਂ ਹੈ। ਤੇ ਅਸੀਂ ਕਹਿੰਦੇ ਮਾਲ ਡੰਗਰ ਵੀ ਰੱਖਿਆ? ਉਹਨੇ ਆਖਿਆ ਨਹੀਂ ਮਾਲ ਡੰਗਰ ਨਹੀਂ ਰੱਖਿਆ ਹਜ਼ੂਰ, ਇਹ ਆ ਕਿ ਇਹ ਕਿਸੇ ਸਮੇਂ ਸਾਰੇ ਖੇਤ ਸੀਗੇ। ਖੇਤ ਹੀ ਸੀ, ਹਾਂਜੀ ਖੇਤ ਸੀ, ਲੋਕ ਵੇਚਦੇ ਗਏ, ਪਰ ਇਹ ਜਿਹੜਾ ਪਰਿਵਾਰ ਆ ਇਹਨਾਂ ਨੇ ਆਪਣੀ ਜ਼ਮੀਨ ਰੱਖੀ ਹੈ, ਬਹੁਤ ਮੁੱਲ ਲਈ ਲਾਉਂਦੇ ਨੇ ਲੋਕ, ਦਿੰਦੇ ਨਹੀਂ। ਵੀ ਉਹ ਕਹਿੰਦੇ ਵੀ ਨਹੀਂ ਅਸੀਂ ਅਜੇ ਵੀ ਮਤਲਬ ਕਿ ਆਪਦਾ ਪੱਠਾ ਦੱਥਾ ਬੀਜਦੇ ਨਾਲ ਡੰਗਰ ਰੱਖਿਆ। ਉਹਨੇ ਪਿੰਡ ਦਾ ਨਾਂ ਲਿਆ ਬਕਾਇਦਾ ਕਿ ਇਹ ਪਿੰਡ ਸੀ ਕਦੇ, ਜਿਹੜਾ ਕਿ ਹੁਣ ਸ਼ਹਿਰ 'ਚ ਤਬਦੀਲ ਹੋ ਗਿਆ। ਮਤਲਬ ਕਿ ਜਦੋਂ ਸ਼ਤੌਤ ਵਧੇਗੀ, ਮੈਂ ਇੱਕ ਤਜਰਬਾ ਆਪਣੀ ਜ਼ਿੰਦਗੀ ਦਾ ਤੁਹਾਨੂੰ ਦੱਸਿਆ ਕਿ ਅਸਲ 'ਚ ਕਿੰਨਾ ਪਿੰਡ, ਹੁਣ ਮੋਹਾਲੀ ਦੇ ਨੇੜੇ ਕਿੰਨੇ ਪਿੰਡ ਸੀਗੇ। ਮੇਰੇ ਇੱਕ ਦੋਸਤ ਦਾ ਪਿੰਡ ਸੀਗਾ, ਅਸੀਂ ਬਹੁਤ ਲੰਮਾ ਸਮਾਂ ਪਹਿਲਾਂ 25-30 ਸਾਲ ਪਹਿਲਾਂ ਜਾਂਦੇ ਸੀਗੇ, ਤੇ ਮੈਨੂੰ ਯਾਦ ਆਇਆ ਇੱਕ ਦਿਨ ਮੈਂ ਕਿਹਾ, ਮੈਂ ਕਿਹਾ ਚਲੋ ਲੱਭੀਏ ਉਹਦਾ ਘਰ-ਬਾਰ, ਹੁਣ ਤੇ ਕੋਈ ਕੰਟੈਕਟ ਨਹੀਂ ਹੈਗਾ। ਤੇ ਜਦ ਅਸੀਂ ਤੁਰੇ ਤੇ ਉਦੋਂ ਜਦੋਂ ਅਸੀਂ ਜਾਂਦੇ ਹੁੰਦੇ ਸੀ ਵਿੱਚ ਰਸਤੇ 'ਚ 10-12 ਕਿਲੋਮੀਟਰ ਉਹ ਪਿੰਡ ਦੇ ਵਿੱਚ ਮਤਲਬ ਕਿ ਖੇਤ ਖਲਿਆਣ ਹੀ ਨਜ਼ਰ ਆਉਂਦੇ। ਪਰ ਜਦੋਂ ਅਸੀਂ 25-30 ਸਾਲ ਬਾਅਦ ਉਧਰ ਨੂੰ ਤੁਰਨਾ ਸਟਾਰਟ ਕੀਤਾ ਤੇ ਇੱਕ ਵੀ ਮਤਲਬ ਕਿ ਕੋਈ ਖੇਤ ਨਹੀਂ ਨਜ਼ਰ ਆਇਆ, ਸਾਰੀ ਸ਼ਤੌਤ ਬਣ ਚੁੱਕੀ ਸੀ, ਹਾਈਵੇ ਵੱਡੇ ਬਣ ਚੁੱਕੇ, ਬਿਲਕੁਲ ਫਲਾਈਓਵਰ। ਤਾਂ ਇਸ ਤਰ੍ਹਾਂ ਜ਼ਮੀਨ ਘਟਦੀ ਗਈ ਹੈ। ਤਾਂ ਇਹ ਕੁੱਲ ਮਿਲਾ ਕੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਅਖਬਾਰ ਵਾਲਿਆਂ ਨੇ ਜਿਹੜੀ ਰਿਪੋਰਟ ਸ਼ਾਇਆ ਕੀਤੀ ਆ ਕਿ ਆਪਾਂ ਮੋਟੇ ਤੌਰ ਤੇ ਲਾ ਲਈਏ, ਕਿਉਂਕਿ ਜੇ 1 by 1 ਡਿਸਟ੍ਰਿਕਟ ਦੇਣਾ ਜੇ ਜਾਂ ਅੰਕੜਾ ਦੇਣਾ ਜੇ ਖਾਸਾ ਟਾਈਮ ਲੱਗ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਹੋਇਆ ਕਿ 10 ਸਾਲਾਂ ਦੇ ਵਿੱਚ 2,82,000 ਕਿੱਲਾ ਜ਼ਮੀਨ ਜਿਹੜੀ ਖੇਤੀ ਵਾਲੀ ਜ਼ਮੀਨ ਸੀ ਉਹ ਘਟ ਗਈ 10 ਸਾਲਾਂ 'ਚ। ਆਉਣ ਵਾਲੇ ਸਮੇਂ 'ਚ ਇਹ ਤਾਂ 10 ਸਾਲਾਂ 'ਚ, ਆਉਣ ਵਾਲੇ ਸਮੇਂ 'ਚ ਹੋ ਸਕਦਾ 2.5 ਲੱਖ ਕਿੱਲਾ ਜਿਹੜਾ ਜ਼ਮੀਨ ਦਾ ਉਹ 50 ਸਾਲਾਂ 'ਚ ਹੀ ਘਟ ਜਾਵੇ ਜੀ। ਕਿਉਂਕਿ ਅਸੀਂ ਤੇਜ਼ੀ ਦੇ ਨਾਲ ਮਤਲਬ ਕਿ ਸਾਰੀ ਕਰ ਰਹੇ ਹਾਂ। ਪਿੰਡਾਂ ਦੇ ਵਿੱਚ ਵੀ ਅਸੀਂ ਇੱਕ ਅੱਗੇ ਸਾਂਝੀ ਹਵੇਲੀ ਦੇ ਵਿੱਚ ਪੰਜ ਟੱਬਰ ਵੀ ਰਹਿ ਲਿਆ ਕਰਦੇ ਸੀ, ਹੁਣ ਇੱਕ ਟੱਬਰ 'ਚ ਵੀ 5-5 ਘਰ ਬਣ ਜਾਂਦੇ ਜੀ। ਮੇਰੇ ਨਾਲ ਕਈ ਵਾਰ 2-3 ਭਰਾਵਾਂ ਦੇ ਹੁੰਦੇ, 1-2 ਆਪਣੇ ਹੁੰਦੇ, ਹੋਰ ਛੱਤ ਲੈਂਦਾ ਜੀ। ਕਰੋ ਕਾਲ ਲੈ ਲਈਏ ਮੇਰੇ ਖਿਆਲ 'ਚ 5416। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਦਿਲਬਾਗ ਜੀ। ਸਤਿ ਸ੍ਰੀ ਅਕਾਲ ਤੇ ਮਿੰਟੂ ਜੀ। ਹਾਂਜੀ ਮੈਂ ਦੋ ਚੀਜ਼ਾਂ ਨੇ ਸਵਾਲ ਜਿਹੜੇ ਉਹਨਾਂ ਵਿੱਚੋਂ, ਇੱਕ ਤਾਂ ਇਹ ਹੈ ਕਿ ਜਿਹੜਾ ਇੰਡੀਆ ਦਾ ਜਿਹੜਾ ਟ੍ਰੇਡ ਡੈਫੀਸਿਟ ਆ ਉਹ ਬੜੀ ਪ੍ਰੋਬਲਮ ਦੇ ਵਿੱਚ ਆ, ਕਿਉਂਕਿ ਜਿੱਦਾਂ ਇੰਡੀਆ ਦਾ ਰੁਪਈਆ ਡਾਲਰ ਦੇ ਮੁਕਾਬਲੇ ਥੱਲੇ ਗਿਆ, ਉਹਦੇ ਨਾਲ ਕੀ ਹੋਇਆ, ਇਸ ਵੇਲੇ ਮਈ ਜੂਨ ਤੇ ਜਿਹੜੀ ਫਿਗਰ ਹੈਗੀਆਂ ਉਹ ਕੋਈ 200,000 ਕਰੋੜ ਦਾ ਡੈਫੀਸਿਟ ਮਹੀਨੇ ਦਾ ਇੰਡੀਆ ਨੂੰ ਟ੍ਰੇਡ ਡੈਫੀਸਿਟ। ਦੈਟ ਮੀਨ ਇੰਡੀਆ ਬਾਏ ਜ਼ਿਆਦਾ ਕਰ ਰਿਹਾ ਤੇ ਵੇਚ ਘੱਟ ਰਿਹਾ, ਤੇ ਉਹਦੇ ਨਾਲ ਫੋਰਨ ਕਰੰਸੀ ਜਿਹੜੀ ਹੈ ਬੜੀ ਵੇਸਟ ਹੋ ਰਹੀ ਆ। ਤੇ ਜਿਹੜੀ ਸਪੀਡ ਨਾਲ ਗਿਆ, ਤੇ ਜਦੋਂ ਮਨਮੋਹਨ ਸਿੰਘ ਸੀ ਉਸਨੇ ਡੈਫੀਸਿਟ ਜਿਹੜਾ ਟ੍ਰੇਡ ਡੈਫੀਸਿਟ ਸੀ ਉਹਨੂੰ ਬੜਾ ਕੰਟਰੋਲ ਕੀਤਾ ਸੀ, ਸਾਡੇ ਕੋਲ ਫੋਰਨ ਕਰੰਸੀ ਬਹੁਤ ਹੋ ਗਈ ਸੀ। ਹੁਣ ਜਿਹੜਾ ਇਹ ਗੌਰਮੈਂਟ ਜਿੱਦਾਂ ਚੱਲ ਰਹੀ ਆ, ਇਹ ਖਤਰੇ ਦੀ ਘੰਟੀ ਵਾਲੀ ਗੱਲ ਆ, ਔਰ ਇਹਦਾ ਕੋਈ ਇੰਤਜ਼ਾਮ ਹਲੇ ਕੀਤਾ ਨਹੀਂ। ਉਹ ਬੇਸ਼ੱਕ ਕਹਿ ਰਹੇ ਆ ਕਿ ਅਸੀਂ ਇੱਥੇ ਬਣਾਈਏ, ਇੱਥੇ ਖਰੀਦੀਏ, ਜੇ ਉਹ ਗੱਲਾਂ ਕਰਨ ਦੇ ਨਾਲ ਜੁਮਲੇਬੰਦੀ ਨਾਲ ਤਾਂ ਗੱਲ ਹੋਣਾ ਨਹੀਂ, ਉਹ ਕੋਈ ਕੰਕਰੀਟ
ਸਟੈਪ ਉਠਾਉਣੇ ਪੈਣੇ ਆ ਜੀ। ਤੇ ਦੂਜੀ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦਾ, ਜ਼ਮੀਨ ਵਾਲੀ ਇਹ ਟੌਪਿਕ ਜਿਹੜਾ ਬੜਾ ਵਿਸ਼ਾਲ ਆ। ਤੁਸੀਂ ਯਕੀਨ ਕਰੋ, ਇਹ ਮੈਂ ਨਾ ਇੱਕ ਆਰਟੀਕਲ ਲਿਖਿਆ ਸੀ ਬੜੇ ਪੁਰਾਣਾ, ਮੈਂ ਆਪਣੇ ਫਾਦਰ ਨੂੰ ਸੁਣਾਇਆ ਤੇ ਉਹਨਾਂ ਨੇ ਕਿਹਾ ਸੀ ਨਹੀਂ ਤੂੰ ਇਹ ਗੱਲ ਨਾ ਕਰੀ, ਪਰ ਮੈਨੂੰ ਲੱਗਦਾ ਉਹ ਸੱਚਾਈ ਹੈ ਕਿ 500 ਸਾਲਾਂ ਦੇ ਅੰਦਰ ਸਾਡਾ ਜਿਹੜਾ ਜੀਵਨ ਆ ਇਸ ਧਰਤੀ ਤੋਂ ਖਤਮ ਹੋਣ ਦੇ ਪੂਰੇ ਅਸਾਰ ਨਜ਼ਰ ਆ ਰਹੇ ਆ। ਪਰ ਜਿਹੜੀ ਮੋਟੀ ਗੱਲ ਆ, ਜਿਹੜੀ ਕਿ ਇਸ ਵੇਲੇ ਜਿੱਦਾਂ ਸੂਰਜ ਦੀ ਗਰਮੀ ਵੱਧ ਰਹੀ ਆ ਤੇ 50 ਡਿਗਰੀ ਆ, ਜਿਹੜਾ ਵਾਟਰ ਸਾਡਾ ਪਾਣੀ ਦਾ ਜਿਹੜਾ ਟੈਂਪਰੇਚਰ ਉਬਲਦਾ ਉਹ ਜਾ ਕੇ 90-100 ਦੇ ਵਿੱਚ ਉਬਲ ਜਾਂਦਾ, ਤੇ ਜੇ ਇਹ ਟੈਂਪਰੇਚਰ ਹੋਰ 10-15 ਡਿਗਰੀ ਵੱਧ ਗਿਆ, ਪਾਣੀ ਨੇ ਤਾਂ ਵੈਸੇ ਭਾਪ ਬਣ ਕੇ ਉੱਡ ਜਾਣਾ, ਬੰਜਰ ਹੋ ਜਾਣੀ ਧਰਤੀ। ਲੋਕਾਂ ਨੂੰ ਤਾਂ ਆਉਣ ਵਾਲੇ ਟਾਈਮ 'ਚ ਅੰਡਰਗਰਾਉਂਡ ਧਰਤੀ 'ਚ ਰਹਿਣਾ ਪੈਣਾ। ਤੁਸੀਂ ਆਰਟੀਕਲ ਅੱਜ ਨਹੀਂ ਸੁਣਿਆ, ਮੈਂ ਸਮਝਦਾ ਸੀ ਉਦੋਂ ਤੁਸੀਂ ਕਾਲ ਕਰਦੇ ਤੇ ਬੜਾ ਵਧੀਆ ਹੁੰਦਾ। ਨਹੀਂ ਮੈਂ ਸੁਣਿਆ ਨਹੀਂ, ਅੱਜ ਮੈਂ ਬਾਹਰ ਗਿਆ। ਨਹੀਂ ਚਲੋ, ਗਰਮੀ ਦੀ ਮਾਰ ਤੇ ਬੇਕਾਬੂ ਹੋ ਰਿਹਾ ਮੌਸਮੀ ਚੱਕਰ, ਮੈਂ ਤਕਰੀਬਨ ਕੋਈ 25 ਮਿੰਟ 28 ਮਿੰਟ ਇਸ ਆਰਟੀਕਲ ਤੇ ਪੜ੍ਹਨ ਤੇ ਲਾਏ ਨੇ। ਬੜੀ ਨਹੀਂ ਆਰਟੀਕਲ ਦਾ ਮੈਂ ਬੜਾ ਫੈਨ ਆ। ਹਾਂ, ਦੁਬਾਰਾ ਰਿਪੀਟ ਹੋ ਜਾਣਾ ਪ੍ਰੋਗਰਾਮ। ਕੱਲ ਵੀ ਦੁਪਹਿਰੇ 2 ਤੋਂ 4 ਵੀ ਰਿਪੀਟ ਹੋਣਾ, 2 ਤੋਂ 6 ਰਿਪੀਟ ਹੋਣਾ। ਜਰੂਰ ਸੁਣਿਓ, ਫਿਰ ਆਪਾਂ ਗੱਲ ਕਰ ਲਾਂਗੇ। ਮੇਰੇ ਖਿਆਲ ਚ ਹੁਣ ਸਾਡਾ ਸਮਾਂ ਨਹੀਂ ਆਗਿਆ ਦੇ ਰਿਹਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸੋ ਨਾਈਸ ਆਫ ਯੂ, ਥੈਂਕ ਯੂ। ਅੱਛਾ ਮੈਨੂੰ ਜੀ ਆਖਰੀ ਕੁਐਸਚਨ ਹੈ ਮੇਰਾ, ਪੰਚਾਇਤ ਮੰਤਰੀ ਦਾ ਕਰੀਬੀ ਅਫਸਰ ਹੋਇਆ ਟਾਸਕ ਫੋਰਸ ਤੋਂ ਫਾਰਗ, ਕੀ ਕਹਿਣਾ ਚਾਹੋਗੇ? ਇੱਕ ਤਾਂ ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਸਾਡਾ ਜੂਨ ਦਾ ਟ੍ਰੇਡ ਡੈਫਿਸਿਟ ਜਿਹੜਾ 25 ਬਿਲੀਅਨ ਦਾ ਹੈ। ਉਹ ਨੋ ਡਾਊਟ ਕਿ ਸਾਡਾ ਬਿੱਲ ਜਿਹੜਾ ਐਕਸਪੋਰਟ ਦਾ ਵਧੇਗਾ, ਜਿਵੇਂ ਰੁਪਈਆ ਸਾਡਾ ਜਿਹੜਾ ਉਹ ਕਮਜ਼ੋਰ ਹੋਏਗਾ। ਹੁਣ ਇਹ ਦੇਖਣਾ ਹੋਏਗਾ ਕਿ ਅਸੀਂ ਉਸ ਰੁਪਈਏ ਨੂੰ ਕਿੱਥੋਂ ਤੱਕ ਬਚਾ ਸਕਦੇ ਹਾਂ, ਔਰ ਉਸ ਤੋਂ ਬਾਅਦ ਜਿਹੜਾ ਇੰਪੋਰਟ ਐਕਸਪੋਰਟ ਦਾ ਡੈਫਿਸਿਟ ਆ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਘਟ ਜਾਏਗਾ, ਕਿਉਂਕਿ ਦੁਨੀਆ ਬਦਲ ਰਹੀ ਹੈ, ਤੇਜ਼ੀ ਨਾਲ ਬਦਲ ਰਹੀ ਹੈ। ਸਾਡੇ ਖੇਤੀ ਐਕਸਪੋਰਟ ਮੇਰੇ ਖਿਆਲ ਦੇ ਨਾਲ ਹਾਲੇ ਕਾਫੀ ਜ਼ਿਆਦਾ ਵੱਡਾ ਚਾਂਸ ਰੱਖਦੇ। ਔਰ ਦੂਜੀ ਗੱਲ ਕਿ ਗਡਕਰੀ ਨੇ ਇੱਕ ਬਿਆਨ ਦਿੱਤਾ ਸੀਗਾ, ਜਿਹੜੇ ਸਾਡੇ ਆਵਾਜਾਈ ਮਿਨਿਸਟਰ ਆ, ਕਿ 5 ਸਾਲਾਂ ਤੱਕ ਇੰਡੀਆ ਤੇਲ ਤੋਂ ਮਤਲਬ ਕਿ ਆਪਣੀ ਡਿਪੈਂਡੇਬਿਲਿਟੀ ਜਿਹੜੀ ਖਤਮ ਕਰ ਦੇ। ਉਹ ਡਿਪੈਂਡੇਬਿਲਿਟੀ ਨਾ ਵੀ ਖਤਮ ਹੋਵੇ, ਉਹ ਗੋਲ ਪੂਰਾ ਨਾ ਅਚੀਵ ਹੋਵੇ, ਉਹਦੇ ਚ ਘੱਟ ਕਰ ਲੈਣ, ਕਿਉਂਕਿ ਸਾਨੂੰ ਸਭ ਤੋਂ ਜ਼ਿਆਦਾ ਇੰਪੋਰਟ ਦੀ ਮਾਰ ਪੈਂਦੀ ਹੈ ਕੱਚੇ ਤੇਲ। ਜੇ ਅਸੀਂ ਉਧਰੋਂ ਆਪਣਾ ਬਿੱਲ ਬਚਾਉਣਾ ਸਟਾਰਟ ਕਰ ਦਿੱਤਾ ਤਾਂ ਇਹ ਡੈਫਿਸਿਟ ਬੜਾ ਤੇਜ਼ੀ ਨਾਲ ਘਟ ਸਕਦਾ ਹੈ। ਹੁਣ ਅਸੀਂ ਉਧਰ ਸ਼ਿਫਟਿੰਗ ਕਿੰਨੀ ਤੇਜ਼ੀ ਨਾਲ ਕਰਦੇ ਹਾਂ, ਇਹ ਇੱਕ ਵੱਖਰਾ ਸਵਾਲ ਆ। ਦੂਜੀ ਗੱਲ ਜਿਹੜੀ ਮੰਤਰੀ ਸਾਹਿਬ ਦੀ, ਇਹ ਮੰਤਰੀ ਨੇ ਪੰਚਾਇਤੀ ਮੰਤਰੀ ਜਿਹੜੇ ਵਜ਼ੀਰ ਕੁਲਦੀਪ ਸਿੰਘ ਸਾਹਿਬ, ਇਹਨਾਂ ਦੇ ਚਹੇਤੇ ਆਫਿਸਰ ਨੇ ਇੱਕ ਮਿਸਟਰ ਜਗਵਿੰਦਰ ਸਿੰਘ ਸੰਧੂ। ਵੈਸੇ ਇਹਨਾਂ ਦੀ ਐਕਸਟੈਂਸ਼ਨ ਦੀ ਕਹਿ ਲਓ ਕਿ ਅਰਜ਼ੀ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ। ਬੀਤੇ ਦਿਨ ਇਹਨਾਂ ਨੇ ਆਖਿਆ ਸੀਗਾ ਕਿ ਮੈਂ ਬੋਲਾਂ ਕਰਨਾ ਤੋਂ ਤਾਂ ਬਿਮਾਰੀ ਦਾ ਜਿਵੇਂ ਹੁੰਦਾ ਹੀ ਇੱਕ ਲਾਭ ਹੁੰਦਾ ਹੈ ਕਿ ਬਿਮਾਰ ਸ਼ਮਾਰ ਹੋ ਗਏ, ਉਹਦੀ ਐਕਸਟੈਂਸ਼ਨ ਜਿਹੜੀ ਹੈ ਉਹ ਵੱਧ ਜਾਂਦੀ ਹੈ। ਤੇ ਇਹਨਾਂ ਨੇ 2 ਸਾਲ ਦੀ ਐਕਸਟੈਂਸ਼ਨ ਮੰਗੀ ਸੀ ਤੇ ਕਾਫੀ ਮਤਲਬ ਕਿ ਉਹਦੇ ਤੇ ਚਰਚਾ ਹੋਈ ਸੀਗੀ। ਤਾਂ ਹੁਣ ਇਹਨਾਂ ਨੂੰ ਖਾਸ ਟਾਸਕ ਫੋਰਸ ਜਿਹੜੀ ਹੈ ਉਹਦੇ ਤੋਂ ਵੱਖਰਾ ਕਰ ਦਿੱਤਾ ਗਿਆ। ਤਾਂ ਕਾਫੀ ਕੁਛ ਹੈ ਜੀ ਇਹਦੇ ਵਿੱਚ। ਅੰਦਰ ਖਾਤੇ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ 2 ਚੀਜ਼ਾਂ ਨੇ। ਇੱਕ ਤੇ ਆ ਕਿ ਧੁਰਕੂ ਵੀ ਹੈ, ਮੰਤਰੀ ਤੱਕ ਫੜੇ ਇਹਨਾਂ ਨੇ, ਅਫਸਰਾਂ ਤੱਕ ਸਕੰਜਾ ਕੱਸਿਆ। ਪਰ ਇੱਕ ਚੀਜ਼ ਜਿਹੜੀ ਹੈ, ਇੱਕ ਨੈਗੇਟਿਵ ਚੀਜ਼ ਜਿਹੜੀ ਹੈ ਕਿ ਅਫਸਰਾਂ ਦੇ ਨਾਲ ਕੁਝ ਹੱਦ ਤੱਕ ਤਾਲਮੇਲ ਦੀ ਵੀ ਕਮੀ ਹੈ। ਪਿਛਲੇ ਹਫ਼ਤੇ ਹੀ ਆਪਾਂ ਜੇ ਦੇਖੀਏ ਤਾਂ ਕਾਫੀ ਕੁਛ ਵਾਪਰਿਆ, ਕੁਛ ਇਸ ਹਫ਼ਤੇ ਵੀ ਵਾਪਰਿਆ। ਬੀਬੀ ਅਮਰਤਾ ਕੌਰ ਬੜੇ ਮਸ਼ਹੂਰ IAS ਨੇ, ਉਹਨਾਂ ਨੇ VRS ਅਪਲਾਈ ਕਰ ਦਿੱਤੀ। ਕੁਛ ਤਬਾਦਲਿਆਂ ਤੇ ਚਰਚੇ ਚੱਲੇ ਕਿ ਉਹ ਤਬਾਦਲੇ ਜਿਹੜੇ ਆ ਰਾਜਸੀ ਬਦਲਾਖੋਰੀ ਦੇ ਤਹਿਤ ਕੀਤੇ ਗਏ। ਦੋਵੇਂ ਚੀਜ਼ਾਂ ਨਾਲ ਚੱਲ ਰਹੀਆਂ ਨੇ ਕਿ ਕਰਪਸ਼ਨ ਦੇ ਖਿਲਾਫ ਇੱਕ ਮਿਸਾਲੀ ਲੜਾਈ ਜਿਹੜੀ ਆ ਉਹ ਸਿੰਬੋਲਿਕਲੀ ਸਾਡੇ ਸਾਹਮਣੇ ਆ। ਦੂਸਰੇ ਪਾਸੇ ਕਿ ਇੱਕ ਤਾਲਮੇਲ ਦੀ ਵੀ ਕਮੀ ਆ, ਕਿਤੇ ਨਾ ਕਿਤੇ ਅਫਸਰ ਜਿਹੜੇ ਆ ਉਹ ਇਸ ਰਾਜ ਦੇ ਵਿੱਚ ਥੋੜੇ ਜਿਹੇ ਮਤਲਬ ਕਿ ਜਾਂ ਕਹਿ ਲਓ ਕਿ ਮਾੜੇ ਮੋਟੇ ਜਿਹੜੇ ਆ ਔਖੇ ਜ਼ਰੂਰ ਨੇ। ਕੁਛ ਬਹੁਤ ਬਹੁਤ ਸ਼ੁਕਰੀਆ। ਕੁਛ ਕੋੜਾ ਸਟਾਈਲ ਆ ਕਿਆ ਗੱਲ ਕਰਦੇ ਆ। ਥੈਂਕ ਯੂ ਵਿੰਡੂ ਜੀ, ਸੋ ਨਾਈਸ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।